गुरा साबिद तुम हर जानो आपे, हम रुलते फिरते कोई बात न पूछता। गुर सतगुर संग कीरे हम तापे, धन धन गुरु नानक जन केरा, जित मिले चूके सब सोग संतापे। जित मिले चूके सब सोग संतापे। कबीर लूटना है तां लूट ले, राम नाम है लूट। फिर पाशै पछताओगे, प्राण जाहेंगे छूट। फिर पाशै पछताओगे, प्राण जाहेंगे छूट। गुरु प्यारी साध संगत जी, गुरु महाराज ने कृपा करके सानू साध संगत बख्शी है, जो कि वड्डे भागां दे नाल प्राप्त हुंदी है। सो आओ अपनी जिंदगी नूं सवारन वास्ते गुरु शब्द दे विचार दी सांझ पाईए। प्रथम प्यार आदर दे नाल आखो जी वाहिगुरु जी का खालसा, वाहिगुरु जी की फतेह। अज दा पावन पवित्र हुक्मनामा पंचम पातशाह जी श्री गुरु अर्जन देव जी महाराज, शहीदां दे सरताज, शांति दे पुंज, दया दे मुजस्मे, तिन्हां दी रसना तो गायन किया है, जो कि 675 अंग दे उपर धनासरी राग दे विच साहिब श्री गुरु ग्रंथ साहिब जी महाराज विच अंकित है, दर्ज है। इस शब्द अंदर गुरु जी ने इउं फरमाया, धनासरी महला पंजवा। दीन दर्द निवार ठाकुर, राखै जन की आप। तरन तारण हर निध, दुख न सकै व्याप। साधु संग भजो गोपाल, आन संजम किश ना सूझै। एह जतन काट कलकाल। गुरु साहिब जी फरमाउंदे ने, ओ जिहड़ा दीन है, दर्द है, इनू निवारण वाले ठाकुर जी रब जी हन, जिहड़े अपने जनां दी, अपने सेवकां दी लाज रखदे ने, जिहड़े उन्हां दे दुखां दे कलेशां नूं, विघनां नूं दूर करके आनंद विगास बख्शदे ने, डुबदियां नूं तारण वाले ऐसे वाहिगुरु जी हन। ते सानू साधुआं दे संग होके, भलियां दे संग होके ऐसे मालक नूं याद रखना चाहिदा है। होर कोई चारा नहीं जिहदे नाल बंदे दे अंदरों ਉਹਦੇ ਜਿਹੜੇ ਵਿਕਾਰ ਨੇ ਉਹ ਕੱਟੇ ਜਾਣ। ਇੱਕ ਸਾਧੂਆਂ ਦੀ ਸੰਗ ਹੀ ਆ, ਸੰਗਤੀ ਆ, ਭਾਵ ਕਿ ਜਿਹਦੇ ਸੰਗ ਹੋ ਕੇ
ਆਪਦੇ ਵਿਕਾਰਾਂ ਨੂੰ ਕੱਟਿਆ ਜਾ ਸਕਦਾ ਹੈ। ਵਾਹਿਗੁਰੂ ਜੀ ਦੀਆਂ ਦੱਸੀਆਂ ਹੋਈਆਂ ਬਾਤਾਂ ਨੂੰ ਕਮਾ ਕੇ ਆਪਣੇ ਜੀਵਨ 'ਚ ਲਾਗੂ ਕਰਕੇ ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਇਹੀ ਇੱਕ ਯਤਨ ਆ, ਇਹੀ ਇੱਕ ਰਾਹ ਹੈ, ਇਹੀ ਇੱਕ ਚਾਰਾ ਹੈ, ਹੋਰ ਨਹੀਂ ਕੋਈ ਦੂਜਾ ਰਸਤਾ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਆਪਣੇ ਅੰਦਰੋਂ ਕਲੇਸ਼ਾਂ, ਵਿਕਾਰਾਂ, ਵਿਘਨਾਂ, ਪਾਪਾਂ, ਮਾੜੀਆਂ ਆਦਤਾਂ, ਬੁਰੀਆਂ ਆਦਤਾਂ, ਬੈਡ ਹੈਬਿਟਸ ਜਿਹੜੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਗੁਰੂ ਸਾਹਿਬ ਜੀ ਨੇ ਦੱਸਿਆ ਹੈ, ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਆਦ 'ਚ ਵੀ ਉਹੀ ਸੀ, ਅੰਤ 'ਚ ਵੀ ਉਹੀ ਹੋਵੇਗਾ। ਉਹ ਦਇਆਲੂ, ਕਿਰਪਾਲੂ, ਪੂਰਨ ਆ। ਉਹ ਤੋਂ ਬਿਨਾ ਸ੍ਰਿਸ਼ਟੀ ਦਾ ਕਰਤਾ ਕੋਈ ਦੂਜਾ ਨਹੀਂ ਹੋ ਸਕਦਾ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਜਿਨ੍ਹਾਂ ਐਸੇ ਸੁਆਮੀ ਨੂੰ ਯਾਦ ਕੀਤਾ, ਉਹਨਾਂ ਦਾ ਜਨਮ ਤੇ ਉਹਨਾਂ ਦਾ ਜਿਹੜਾ ਮਰਨ ਆ ਉਹ ਸਫਲ ਹੋ ਗਿਆ, ਭਾਵ ਕਿ ਉਹ ਮੁਕਤ ਹੋ ਗਏ ਨੇ। ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਵੇਦਾਂ ਨੂੰ ਚਾਹੇ ਤੁਸੀਂ ਪੜ੍ਹ ਲਓ, ਰਿਗ ਵੇਦ ਹੈ, ਜਜਰ ਵੇਦ ਹੈ, ਅਥਰ ਵੇਦ ਹੈ ਤੇ ਸਾਮ ਵੇਦ ਆ। ਸਿਮਰਤੀਆਂ ਨੇ, ਸ਼ਾਸਤਰ ਨੇ, ਭਗਤਾਂ ਦੀ ਬਾਣੀ ਪੜ੍ਹ ਲਓ, ਸਾਰਿਆਂ ਵਿੱਚ ਰੱਬੀ ਗੱਲਾਂ ਹੀ ਤੁਹਾਨੂੰ ਮਿਲਣਗੀਆਂ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਸਾਧ ਸੰਗਤ ਦੁਆਰਾ ਮੁਕਤ ਹੋ ਜਾਈਦਾ ਹੈ ਉਹਨਾਂ ਚੀਜ਼ਾਂ ਤੋਂ, ਉਹਨਾਂ ਗੱਲਾਂ ਤੋਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਤਬਾਹ ਕਰਦੀਆਂ ਸੀ। ਬਿਨ ਸਜਾਏ ਅੰਧਾਰ, ਜ਼ਿੰਦਗੀ 'ਚੋਂ ਹਨੇਰਾ ਦੂਰ ਹੋ ਜਾਂਦਾ ਹੈ, ਜ਼ਿੰਦਗੀ 'ਚ ਚਾਨਣ ਹੀ ਚਾਨਣ ਆ ਜਾਂਦਾ ਹੈ। ਇਸ ਪ੍ਰਕਾਰ ਇੱਕ ਕਹਾਣੀ ਹੈ। ਇੱਕ ਬਿਲਕੁਲ ਛੋਟਾ ਜਿਹਾ ਬੱਚਾ ਸੀ, ਉਹਦੇ ਹੱਥ ਵਿੱਚ ਦੀਵਾ ਫੜਿਆ ਹੋਇਆ ਸੀ, ਜਗਦਾ ਹੋਇਆ ਆ ਰਿਹਾ ਸੀ ਰਸਤੇ ਦੇ ਵਿੱਚ, ਤੇ ਕੋਈ ਫਕੀਰ ਮਿਲਿਆ। ਕਈ ਵਾਰ ਇਉਂ ਹੋ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਮੰਨਦੇ ਹਾਂ। ਸਾਨੂੰ ਲੱਗਦਾ ਵੀ ਬੱਚੇ ਜਿਹੜੇ ਨੇ ਨਾਦਾਨ ਹੁੰਦੇ ਨੇ, ਇਹਨਾਂ ਨੂੰ ਕੁਝ ਵੀ ਸਮਝ ਨਹੀਂ। ਪਰ ਕਈ ਬੱਚੇ ਐਸੇ ਹੁੰਦੇ ਨੇ, ਧਰੂਮ, ਪ੍ਰਹਿਲਾਦ ਵਰਗੇ, ਜਿਨ੍ਹਾਂ ਦੇ ਵਿੱਚ ਵਿਦਵਾਨਾਂ ਤੋਂ ਵੀ ਜ਼ਿਆਦਾ ਸਮਝ ਹੁੰਦੀ ਆ। ਤਾਂ ਫਕੀਰ ਕਹਿਣ ਲੱਗਾ, ਬੱਚੇ, ਜੇ ਤੂੰ ਮੈਨੂੰ ਇਹ ਦੱਸ ਦਵੇਂ ਦੀਵੇ ਦੀ ਜੋਤ ਕਿੱਥੋਂ ਆਈ ਆ, ਤਾਂ ਮੈਂ ਤੈਨੂੰ ਖਾਣ ਲਈ ਬਹੁਤ ਚੀਜ਼ਾਂ ਦੇਵਾਂਗਾ ਮਿੱਠੀਆਂ। ਤੈਨੂੰ ਮੈਂ ਖਾਣ ਲਈ 2 ਸੰਗਤਰੇ ਦੇਵਾਂਗਾ। ਇੱਦਾਂ ਆਖਿਆ ਸੀ। ਉਹਨੇ ਕੀ ਕੀਤਾ, ਬੱਚੇ ਨੇ ਫੂਕ ਮਾਰੀ ਤੇ ਬੁਝਾ ਦਿੱਤਾ ਬਲਦਾ ਹੋਇਆ ਦੀਵਾ। ਆਖਿਆ ਸੀ, ਤੁਸੀਂ ਬਹੁਤ ਵਿਦਵਾਨ ਹੋ, ਵੱਡੇ ਹੋ, ਜੇ ਤੁਸੀਂ ਇਹ ਦੱਸ ਦਿਓ ਇਹ ਜੋਤ ਕਿੱਥੇ ਗਈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਗਈ ਆ, ਕਿੱਥੇ ਗਵਾਚ ਗਈ, ਕਿੱਥੇ ਗਾਇਬ ਹੋ ਗਈ, ਤਾਂ ਮੈਂ ਵੀ ਦੱਸ ਦਾਂਗਾ ਕਿ ਜੋਤ ਕਿੱਥੋਂ ਆਈ ਆ। ਭਾਵ ਕਿ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਧ ਸੰਗਤ ਬਿਨਾਂ ਉਹਨਾਂ ਦੀ ਅਗਿਆਨਤਾ ਦੂਰ ਨਹੀਂ ਹੁੰਦੀ। ਕਈ ਵਾਰੀ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਮੰਨ ਲੈਂਦੇ ਹਾਂ। ਇਹ ਸਿੱਖਣਾ ਹੋਵੇ ਤਾਂ ਬੱਚਿਆਂ ਤੋਂ ਵੀ ਸਿੱਖਿਆ ਜਾ ਸਕਦਾ ਹੈ। ਵੇਦ ਸਿਮਰਤ ਕਥੈ ਸਾਸਤ, ਵੇਦਾਂ ਨੂੰ ਚਾਹੇ ਤੁਸੀਂ ਪੜ੍ਹ ਸਕਦੇ ਹੋ, ਸਿਮਰਤੀਆਂ ਨੂੰ ਬਾਤ ਸਕਦੇ ਹੋ, ਸ਼ਾਸਤਰਾਂ ਦਾ ਅਧਿਐਨ ਕਰ ਸਕਦੇ ਹੋ, ਭਗਤਾਂ ਦੀ ਬਾਣੀ ਪੜ੍ਹ ਲਓ। ਸਾਰੇ ਕਰਹਿ ਵਿਚਾਰ, ਸਾਰਿਆਂ ਵਿੱਚ ਰੱਬੀ ਪਿਆਰ ਦੀਆਂ ਹੀ ਗੱਲਾਂ ਨੇ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਸਾਧ ਸੰਗਤ ਦੁਆਰਾ ਬੁਰੀਆਂ ਆਦਤਾਂ ਤੋਂ ਮੁਕਤੀ ਪਾਈਦੀ ਆ ਤੇ ਬੰਦੇ ਦਾ ਅੰਧਕਾਰ, ਹਨੇਰਾ ਦੂਰ ਹੋ ਜਾਂਦਾ ਹੈ, ਚਾਨਣ ਹੋ ਜਾਂਦਾ। ਚਰਨ ਕਮਲ ਆਧਾਰ ਜਨ ਕਾ,
ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ ਉਹਨਾਂ ਦੀ ਅਸਲੀ ਪੂੰਜੀ ਗੁਰੂ ਮਹਾਰਾਜ ਦੀ ਬਾਣੀ ਹੁੰਦੀ ਆ। ਉਹਨਾਂ ਦੀ ਅਸਲੀ ਪੂੰਜੀ ਨਾਮ ਹੁੰਦਾ। ਉਹਨਾਂ ਦੀ ਅਸਲੀ ਦੌਲਤ ਉਹਨਾਂ ਦੇ ਗੁਣ ਹੁੰਦੇ ਨੇ। ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਉਹਨਾਂ ਨੂੰ ਤਾਣ ਵੀ ਉਹਨਾਂ ਨੂੰ ਮਾਣ ਵੀ ਕੇਵਲ ਤੇ ਕੇਵਲ ਪਰਮਾਤਮਾ ਦੇ ਹੁੰਦਾ। ਉਹ ਤੋਂ ਬਿਨਾਂ ਹੋਰ ਆਸਰਾ ਨਹੀਂ ਤੱਕਦੇ, ਉਹਦਾ ਹੀ ਆਸਰਾ ਤੱਕਦੇ ਨੇ। ਜੋ ਕੁਝ ਵੀ ਉਹਨਾਂ ਦੇ ਜੀਵਨ 'ਚ ਹੁੰਦਾ ਨਾ, ਉਹ ਕਹਿੰਦੇ ਨੇ ਇਹ ਜੋ ਵੀ ਹੋਇਆ ਚੰਗਾ ਹੀ ਹੋਇਆ। ਇੱਕ ਫਕੀਰ ਸਨ, ਉਹਨਾਂ ਦੇ ਨਾਲ ਉਹਨਾਂ ਦੇ ਚੇਲਿਆਂ ਦਾ ਟੋਲਾ ਸੀ। ਜਦੋਂ ਖਾਣਾ ਖਾਣ ਲੱਗਣਾ, ਪਹਿਲਾਂ ਉਹਨਾਂ ਦੁਆ ਕਰਨੀ, ਜਿਵੇਂ ਸਲਾਮ ਦੇ ਵਿੱਚ ਕਰਦੇ ਨੇ ਨਾ, ਪਹਿਲਾਂ ਅਰਦਾਸ ਕਰਨੀ, ਕਹਿਣਾ ਹੇ ਖੁਦਾ, ਤੂੰ ਮੇਰੀ ਝੋਲੀ ਵਿੱਚ ਜੋ ਪਾਇਆ ਮੈਂ ਤੇਰਾ ਸ਼ੁਕਰ ਕਰਦਾ, ਤੇਰਾ ਧੰਨਵਾਦ। ਤੂੰ ਮੇਰੀ ਝੋਲੀ ਵਿੱਚ ਜੋ ਪਾਇਆ ਉਹਦੇ ਵਾਸਤੇ ਤੇਰਾ ਮੈਂ ਸ਼ੁਕਰ ਕਰਦਾ ਹਾਂ। ਤੂੰ ਮੈਨੂੰ ਖਾਣ ਲਈ ਜੋ ਦਿੱਤਾ ਤੇ ਉਹਦੇ ਵਾਸਤੇ ਇਹ ਤੇਰਾ ਸ਼ੁਕਰ ਹੈ, ਤੂੰ ਮੈਨੂੰ ਇਹ ਖਾਣ ਲਈ ਭੋਜਨ ਦਿੱਤਾ। ਇੱਦਾਂ ਉਹਨਾਂ ਦੀ ਅਰਦਾਸ ਸੀ। ਇੱਦਾਂ ਚੱਲਦੇ ਗਏ, ਕਈ ਦਿਨ ਲੰਘ ਗਏ। ਇੱਕ ਦਿਨ ਖਾਣਾ ਨਹੀਂ ਮਿਲਿਆ, ਸੁਬਾਹ ਦਾ ਸ਼ਾਮ ਦਾ ਨਹੀਂ ਮਿਲਿਆ, ਪਰ ਅਰਦਾਸ ਉਹਨਾਂ ਦੀ ਉਹੀ ਰਹੀ। ਚੇਲਿਆਂ ਨੂੰ ਕਹਿੰਦੇ ਮੇਰੇ ਪਿੱਛੇ ਬੋਲੋ ਕਿ ਪਰਮਾਤਮਾ ਤੇਰਾ ਸ਼ੁਕਰ ਹੈ, ਜੋ ਤੂੰ ਮੇਰੀ ਝੋਲੀ 'ਚ ਪਾਇਆ ਉਹਦੇ ਵਾਸਤੇ। ਚੇਲਿਆਂ ਨੇ ਇੱਕ ਦਿਨ ਕਹਿ ਦਿੱਤਾ ਚਲੋ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਜੇ ਅੱਜ ਨਹੀਂ ਮਿਲਿਆ ਤਾਂ ਸ਼ਾਮੀ ਮਿਲ ਜੇਗੀ। ਸ਼ਾਮੀ ਵੀ ਰੋਟੀ ਨਹੀਂ ਮਿਲੀ। ਫਕੀਰ ਦੀ ਅਰਦਾਸ ਉੱਦਾਂ ਹੀ ਰਹੀ। ਚੇਲੇ ਖਿਝ ਗਏ, ਗੁੱਸਾ ਆ ਗਿਆ ਉਹਨਾਂ ਨੂੰ। ਕਹਿਣ ਲੱਗੇ ਕੀ ਰੱਬ ਨੇ ਸਾਡੀ ਝੋਲੀ 'ਚ ਪਾਇਆ? ਕਹਿ ਰਿਹਾ ਸੀ ਬੋਲੋ ਮੇਰੇ ਪਿੱਛੇ, ਹੇ ਖੁਦਾ ਪਾਕ ਪਰਵਿਰਦਗਾਰ, ਤੇਰਾ ਸ਼ੁਕਰ ਹੈ, ਤੂੰ ਮੇਰੀ ਝੋਲੀ ਵਿੱਚ ਜੋ ਪਾਇਆ ਉਹਦੇ ਵਾਸਤੇ। ਚੇਲਾ ਉੱਠ ਕੇ ਖੜਾ ਹੋ ਗਿਆ। ਇੱਕ ਹੋਇਆ, ਦੂਜਾ ਹੋਇਆ, ਤੀਜਾ ਹੋਇਆ। ਕਹਿੰਦੇ ਕੀ ਖਾਕ ਝੋਲੀ 'ਚ ਪਾਇਆ ਹੈ ਸਾਡੇ? ਕੱਲ੍ਹ ਦੇ ਭੁੱਖੇ ਆ, ਰੋਟੀ ਨਹੀਂ ਮਿਲੀ। ਇਹ ਫਕੀਰ ਬੜੇ ਲਹਿਜ਼ੇ ਵਿੱਚ ਕਹਿ ਰਿਹਾ ਹੈ, ਆਰਾਮ ਜੇ ਤਰੀਕੇ ਨਾਲ ਕਹਿਣ ਲੱਗਾ, ਦੇਖੋ ਉਹਨੇ ਸਾਡੀ ਝੋਲੀ 'ਚ ਭੁੱਖ ਪਾਈ ਆ, ਤੇ ਹੋ ਸਕਦਾ ਭੁੱਖ ਹੀ ਸਾਡੀ ਲੋੜ ਹੋਵੇ। ਹੋ ਸਕਦਾ ਇਹ ਪੀੜਾ ਹੀ, ਇਹ ਦਰਦ ਹੀ, ਭੁੱਖੇ ਰਹਿਣਾ ਇਹ ਸਾਡੀ ਲੋੜ ਹੋਵੇ। ਕਈ ਵਾਰ ਬੰਦੇ ਨੂੰ ਲੋੜ ਹੁੰਦੀ ਆ ਦੁੱਖਾਂ ਦੀ ਕਾਰਨ ਕਿ ਰੱਬ ਚੇਤੇ ਆਵੇ। ਕਈ ਵਾਰ ਬੰਦੇ ਨੂੰ ਲੋੜ ਹੁੰਦੀ ਆ ਪੀੜਾ ਦੀ, ਦਰਦ ਦੀ ਕਾਰਨ ਕਿ ਉਹਦੀ ਯਾਦ ਬਣੀ ਰਹੇ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਬਾਹਲਾ ਸੁੱਖ ਹੋਵੇ ਉਹਦੀ ਕੋਈ ਤਮੰਨਾ ਨਹੀਂ ਰਹਿੰਦੀ। ਦੁੱਖ ਇੱਕ ਦੁਆ ਹੈ, ਦਾਰੂ ਹੈ, ਜਿਹਦੇ ਕਰਕੇ ਉਹਦੀ ਯਾਦ ਆਉਂਦੀ ਆ। ਇੱਥੇ ਗੁਰੂ ਜੀ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ। ਉਹ ਆਪਣੇ ਅਨਾਥਾਂ ਦਾ ਦੁੱਖ ਦੂਰ ਕਰਦਾ। ਉਹ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ, ਡੁੱਬਦਿਆਂ ਨੂੰ ਤਾਰਦਾ। ਇਤਨਾ ਪਿਆਰ ਕਰਦਾ ਹੈ 70 ਮਾਵਾਂ ਦੇ ਜਿੰਨਾ ਸ਼ਾਇਦ ਹੀ ਕੋਈ ਹੋਰ ਰਹਿਬਰ ਕਰਦਾ ਹੋਵੇ, ਜਿਤਨਾ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਨੂੰ ਪਿਆਰ ਕਰਦੇ ਨੇ, ਮੁਸਲਮਾਨਾਂ ਨੂੰ ਪਿਆਰ ਕਰਦੇ ਨੇ, ਹਿੰਦੂ ਵੀਰਾਂ ਨੂੰ ਪਿਆਰ ਕਰਦੇ ਨੇ। ਉਹਨਾਂ ਦੇ ਇੱਕ ਪਾਸੇ ਭਾਈ ਬਾਲਾ ਜੀ ਹਿੰਦੂ ਵੀਰ ਨੇ, ਇੱਕ ਪਾਸੇ ਉਹਨਾਂ ਦੇ ਸੇਵਕ ਭਾਈ ਮਰਦਾਨਾ ਜੀ ਇੱਕ ਮੁਸਲਮਾਨ 82 ਘਰਾਣੇ ਵਿੱਚੋਂ ਹਨ। ਭਾਈ ਮਰਦਾਨਾ ਜੀ ਗੁਰੂ ਜੀ ਦੇ 2 ਸਾਥੀ ਹਨ, ਇੱਕ ਸੱਜੇ ਚੌਰ ਦੀ ਸੇਵਾ, ਇੱਕ ਖੱਬੇ ਰਬਾਬ ਦੀਆਂ ਤਾਰਾਂ ਨੂੰ ਛੇੜਨ ਵਾਲਾ। ਇਸ ਕਰਕੇ ਇੰਨਾ ਪਿਆਰ ਉਹਨਾਂ ਕਰਕੇ ਦਿਖਾਇਆ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ,
ਇਹ ਯਤਨ ਕਾਟ ਕਲਕਾਲ। ਸਾਧੂਆਂ ਦੇ ਸੰਗ ਹੋ ਕੇ ਗੋਪਾਲ ਨੂੰ ਚੇਤੇ ਕਰਿਆ ਕਰੀਏ। ਗੋ ਦੇ ਅਰਥਾ ਧਰਤੀ, ਪਾਲ ਦੇ ਅਰਥਾ ਪਾਲਣ ਵਾਲਾ। ਧਰਤੀ ਨੂੰ ਪਾਲਣ ਵਾਲਾ ਐਸੇ ਮਾਲਕ ਦੀ ਯਾਦ ਵਿੱਚ ਜੁੜ ਜਾਣਾ ਹੀ ਰੱਬੀ ਬਰਕਤਾਂ ਹੁੰਦੀਆਂ ਨੇ। ਪਰ ਜਦੋਂ ਆਪਾਂ ਦੇਖਦੇ ਹਾਂ, ਗਿਆਨ ਦੇ ਬਾਰੇ ਗੱਲ ਕਰਦੇ ਹਾਂ ਨਾ, ਤੁਸੀਂ ਗੌਰ ਦੇ ਨਾਲ ਕਦੇ ਦੇਖਿਓ, ਜਦੋਂ ਤਾਂ ਕਿਸੇ ਤੇ ਦੁੱਖ ਆਉਂਦਾ ਲੋਕ ਉਹਨੂੰ ਗਿਆਨ ਦੇਣ ਲੱਗ ਜਾਂਦੇ ਨੇ ਕਿ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦਾ ਭਾਣਾ, ਪਰਮਾਤਮਾ ਦੀ ਰਜ਼ਾ। ਜੋ ਹੁੰਦਾ ਹੋ ਕੇ ਰਹਿੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ। ਮਾਈ ਹੋਣਹਾਰ ਸੋ ਹੋਈ ਹੈ। ਇਵੇਂ ਲੋਕ ਕਰਦੇ ਨੇ। ਜਦੋਂ ਉਹੀ ਦੁੱਖ, ਉਹੀ ਦਰਦ, ਉਹੀ ਪੀੜਾ ਬੰਦੇ ਤੇ ਆਪਣੇ ਤੇ ਪੈਂਦੀ ਆ, ਦੁੱਖ ਉਹੀ ਹੁੰਦਾ, ਉਦੋਂ ਦੂਜਾ ਬੰਦਾ ਉਹਨੂੰ ਗਿਆਨ ਦਿੰਦਾ ਤੇ ਉਹ ਰੋਣ ਲੱਗ ਜਾਂਦਾ, ਉਹ ਕੁਰਲਾਉਂਦਾ ਹੈ, ਉਹ ਪੀੜਾ 'ਚ ਹੁੰਦਾ। ਦੂਜਿਆਂ ਦੇ ਵਾਰੀ ਅਸੀਂ ਗਿਆਨੀ ਹੋ ਜਾਂਦੇ ਹਾਂ, ਆਪਣੇ ਵਾਰੀ ਭਾਣੇ ਵਾਲੀਆਂ ਗੱਲਾਂ, ਰਜਾ ਵਾਲੀਆਂ ਗੱਲਾਂ ਭੁੱਲ ਜਾਂਦੇ ਹਾਂ। ਇਸ ਕਰਕੇ ਕਿਹਾ ਜਾਂਦਾ, ਇਹ ਗਿਆਨ ਸਿਰਫ ਦੂਜਿਆਂ ਲਈ ਲੱਗਦਾ ਹੈ, ਇਨਸਾਨ ਨੂੰ, ਦੂਜਿਆਂ ਨੂੰ ਸਿਖਾਉਣ ਵਾਸਤੇ ਆ। ਕੋਈ ਪ੍ਰਿਯਜਨ ਚੜ੍ਹਾਈ ਕਰ ਜਾਵੇ, ਅਸੀਂ ਉਹਦੇ ਘਰ ਵਿੱਚ ਜਾ ਕੇ ਆਖਦੇ ਹਾਂ ਕਿ ਭਾਣਾ ਸੀ ਪਰਮਾਤਮਾ ਦਾ, ਰੱਬ ਦਾ ਭਾਣਾ ਸੀ, ਹੁਕਮ ਹੈ, ਜੋ ਹੁੰਦਾ ਹੋ ਕੇ ਰਹਿੰਦਾ, ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ। ਇਵੇਂ ਦੋ ਚਾਰ ਹੋਰ ਗੱਲਾਂ ਕਰਕੇ ਪਰਚਾਉਣੀ ਕਰਦੇ ਹਾਂ। ਉਹਨੂੰ ਕਹਿੰਦੇ ਹਾਂ ਕਿ ਇਹ ਜੋ ਹੋਇਆ ਹੁਕਮ 'ਚ ਹੋਇਆ, ਉਹਨੂੰ ਦਿਲਾਸਾ ਦਿੰਦੇ ਹਾਂ, ਗਿਆਨ ਦਿੰਦੇ ਹਾਂ, ਪਰ ਉਹ ਗਿਆਨ ਦੂਜਿਆਂ ਲਈ ਹੁੰਦਾ। ਜਦੋਂ ਸਾਡੇ 'ਤੇ ਕੋਈ ਦੁੱਖ ਆਉਂਦਾ, ਉਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਜੋ ਹੋਇਆ ਚੰਗਾ ਹੋਇਆ। ਦੁੱਖ ਜਿਹੜਾ ਹੈ ਜਦੋਂ ਆਉਂਦਾ, ਭਾਣਾ ਮੰਨਣ ਦਾ ਵੇਲਾ ਆਉਂਦਾ, ਉਦੋਂ ਉਹ ਦੂਜਾ ਬੰਦਾ ਸਾਨੂੰ ਆ ਕੇ ਗਿਆਨ ਦਿੰਦਾ, ਉਦੋਂ ਅਸੀਂ ਦੁਖੀ ਹੁੰਦੇ ਹਾਂ। ਕਹਿਣ ਦਾ ਭਾਵ ਇਹ ਆ, ਬੰਦੇ ਨੇ ਗਿਆਨ ਰੱਖਿਆ ਹੋਇਆ ਦੂਜਿਆਂ 'ਤੇ ਝਾੜਨ ਵਾਸਤੇ, ਦੂਜਿਆਂ ਨੂੰ ਸਮਝਾਉਣ ਵਾਸਤੇ, ਆਪਣੇ ਲਈ ਨਹੀਂ ਰੱਖਿਆ। ਇਵੇਂ ਇੱਕ ਬੰਦੇ ਦੀ ਕਲਾ ਹੈ ਜਿਉਣ ਦੀ, ਇਹ ਇੰਨਾ ਜੁੜ ਜਾਂਦਾ, ਇੰਨਾ ਜੁੜ ਜਾਂਦਾ ਹੈ ਕਿ ਇਹਨੂੰ ਸਮਝ ਨਹੀਂ ਆਉਂਦੀ, ਇਹਨਾਂ ਵਿੱਚ ਖੁੱਭ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿ ਜਿਵੇਂ ਕੰਧ 'ਤੇ ਵਗਲੀ ਹੋਈ ਤਸਵੀਰ ਹੁੰਦੀ ਆ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਨ ਭੀਤ। ਕੰਧ 'ਤੇ ਵਗਲੀ ਹੋਈ ਤਸਵੀਰ, ਉੱਕਰੀ ਹੋਈ ਤਸਵੀਰ, ਵੇ ਕੰਧ ਨੂੰ ਛੱਡ ਨਹੀਂ ਸਕਦੀ, ਕੰਧ ਉਹਨੂੰ ਨਹੀਂ ਛੱਡ ਸਕਦੀ। ਦੋਨਾਂ ਦਾ ਵੱਖ-ਵੱਖ ਹੋਣਾ ਬਹੁਤ ਮੁਸ਼ਕਿਲ ਕੰਮ ਆ। ਇਵੇਂ ਸਾਡਾ ਮਨ ਖੁੱਭ ਜਾਂਦਾ ਹੈ, ਸੰਸਾਰ ਦੇ ਵਿੱਚ ਅਸਲ ਚੀਜ਼ ਨੂੰ ਦੇਖ ਨਹੀਂ ਪਾਉਂਦਾ। ਦੂਜੇ ਦੇ ਦੁੱਖ ਸਮੇਂ ਇਹ ਚੀਜ਼ਾਂ ਪ੍ਰੈਕਟੀਕਲ ਕਰਨ ਵਾਲੀਆਂ ਹਨ, ਨਾ ਤਾਂ ਇਹ ਕਹਿਣ ਵਾਲੀਆਂ ਨੇ, ਨਾ ਕੱਲੀਆਂ ਸੁਣ ਕੇ ਛੱਡਣ ਵਾਲੀਆਂ ਨੇ, ਤੇ ਇਹ ਕਮਾਉਣ ਵਾਲੀਆਂ ਗੱਲਾਂ ਹਨ। ਗੁਰਸਿੱਖ ਪਿਆਰਿਓ, ਜਦੋਂ ਦੂਜੇ ਤੇ ਦੁੱਖ ਆਵੇ ਨਾ, ਉਦੋਂ ਅਸੀਂ ਦੂਰੋਂ ਖੜੇ ਵੇਖ ਰਹੇ ਹੁੰਦੇ ਹਾਂ, ਦੁਖੀ ਥੋੜ੍ਹੀ ਹੁੰਦੇ ਹਾਂ। ਜਦੋਂ ਆਪਣੇ ਤੇ ਹੁੰਦਾ, ਆਪਣੇ ਤੇ ਪੈਂਦੀ ਆ, ਉਦੋਂ ਦੇ ਵਿੱਚ ਖੁੱਭ ਜਾਂਦੇ ਆ ਤੇ ਦੁਖੀ ਹੁੰਦੇ ਆ। ਜੇਕਰ ਆਪਣੇ ਤੇ ਸੁੱਖ ਆਉਂਦੇ ਆ, ਦੁੱਖ ਆਉਂਦੇ ਆ, ਇਵੇਂ ਦੇਖੀਏ ਦੂਰੋਂ ਖੜ ਕੇ, ਤਾਂ ਉਦੋਂ ਫਿਰ ਬੰਦਾ ਰਜਾ ਵਿੱਚ ਰਹਿ ਸਕਦਾ ਹੈ। ਇਵੇਂ ਵੱਧ ਸਮਝੋਗੇ ਤੁਸੀਂ, ਫੁੱਲ ਹੈ ਨਾ ਫੁੱਲ, ਫੁੱਲਾਂ ਨੂੰ ਅੱਖਾਂ ਦੇ ਨਾਲ ਲਾਓ ਜਮਾ, ਫੁੱਲ ਨਹੀਂ ਨਜ਼ਰ ਆਵੇਗਾ, ਸਵਾਹ ਹੀ ਨਜ਼ਰ ਆਵੇਗੀ, ਦਿਖਣਾ ਹੀ ਨਹੀਂ ਕੁਝ। ਸ਼ੀਸ਼ੇ ਦੇ ਨਾਲ ਦੂਰੋਂ ਖੜ ਕੇ ਦੇਖੋਗੇ ਤਾਂ ਕੁਝ ਦਿਖੇਗਾ, ਬਿਲਕੁਲ ਉਹਦੇ ਲਾਗੇ ਹੋ ਜਾਓਗੇ, ਅੱਖਾਂ ਨਾਲ ਜੋੜ ਲਓਗੇ ਸ਼ੀਸ਼ੇ ਤੇ, ਤੁਹਾਨੂੰ ਤੁਹਾਡਾ ਜਿਹੜਾ ਵਿਜ਼ਨ ਆ, ਅਕਸ਼ਾ, ਇਹ ਦਿਖਾਈ ਨਹੀਂ ਦੇਣਾ। ਇਸ ਕਰਕੇ ਕੀ ਹੁੰਦਾ, ਜਦੋਂ ਅਸੀਂ ਦੂਰ ਹੋ ਕੇ ਦੇਖਦੇ ਹਾਂ ਉਦੋਂ ਹੀ ਸੱਚ ਦਿਖਦਾ ਸਾਨੂੰ। ਜਦੋਂ ਅਸੀਂ ਨੇੜੇ ਹੋ ਕੇ ਦੇਖਦੇ ਹਾਂ ਕਿਸੇ ਚੀਜ਼ ਦੇ, ਬਹੁਤ ਨੇੜੇ, ਬਹੁਤ ਨੇੜੇ, ਦਿਖਦਾ ਨਹੀਂ।
ਇਵੇਂ ਹੀ ਦੁੱਖ ਹੈ, ਇਵੇਂ ਹੀ ਸੁੱਖ ਹੈ। ਦੂਜਿਆਂ ਦੇ ਦੁੱਖ ਅਸੀਂ ਦੂਰੋਂ ਹੋ ਕੇ ਦੇਖਦੇ ਹਾਂ ਤੇ ਕਹਿੰਦੇ ਹਾਂ ਕਿ ਭਾਣਾ ਮੰਨ ਲੈ, ਇਹ ਗਿਆਨ ਦਿੰਦੇ ਹਾਂ ਉਹਨੂੰ। ਜਦੋਂ ਆਪਣੇ ਤੇ ਆਉਂਦਾ ਹੈ ਉਦੋਂ ਉਹ ਸਾਨੂੰ ਗਿਆਨ ਦਿੰਦੇ ਨੇ। ਨਾ ਤਾਂ ਉਹ ਰਜਾ 'ਚ ਹੁੰਦੇ ਨੇ ਤੇ ਨਾ ਹੀ ਅਸੀਂ ਰਜਾ 'ਚ ਹੁੰਦੇ ਹਾਂ। ਗਿਆਨ ਦੂਜਿਆਂ ਵਾਸਤੇ ਰੱਖਿਆ ਹੋਇਆ ਹੈ, ਦੂਜਿਆਂ ਨੂੰ ਸਮਝਾਉਣ ਵਾਸਤੇ, ਦੂਜਿਆਂ ਤੇ ਝਾੜਨ ਵਾਸਤੇ। ਬੰਦਾ ਇਹਨਾਂ ਦੀ ਕਮਾਈ ਨਹੀਂ ਕਰਦਾ। ਇਵੇਂ ਚੰਗੀਆਂ ਆਦਤਾਂ ਜਿਹੜੀਆਂ ਹੁੰਦੀਆਂ ਨੇ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ। ਮਹਿੰਗੀਆਂ ਆਦਤਾਂ ਕੋਈ ਚੰਗੀਆਂ ਨਹੀਂ ਹੁੰਦੀਆਂ। ਚੰਗੀਆਂ ਆਦਤਾਂ ਜ਼ਰੂਰੀ ਨਹੀਂ ਬਹੁਤ ਪੈਸੇ ਲੈ ਕੇ ਇਹ ਕਮਾਉਣੀਆਂ ਪੈਣ, ਨਹੀਂ, ਐਸੀ ਗੱਲ ਨਹੀਂ। ਤੇ ਬਾਹਲੀਆਂ ਮਹਿੰਗੀਆਂ ਆਦਤਾਂ, ਐਕਸਪੈਂਸਿਵ ਚੀਜ਼ਾਂ ਦੇ ਸ਼ੌਂਕ ਹੋਣੇ, ਬਹੁਤ ਮਹਿੰਗੇ ਮਹਿੰਗੇ ਬ੍ਰਾਂਡਾਂ ਦੇ, ਇਹ ਵੀ ਕੋਈ ਬਾਹਲੀਆਂ ਚੰਗੀਆਂ ਆਦਤਾਂ ਵੀ ਨਹੀਂ ਹੁੰਦੀਆਂ। ਇਸ ਕਰਕੇ ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲਕਾਲ। ਹਮੇਸ਼ਾ ਹੀ ਸਾਧੂਆਂ ਦੇ ਸੰਗ ਹੋ ਕੇ ਰਹਿਣਾ ਚਾਹੀਦਾ ਹੈ। ਮਨ ਦਾ ਕੀ ਆ, ਮਨ ਦਾ ਕੀ ਆ, ਇਹਨੇ ਤਾਂ ਤਾਲ ਮਟੋਲੇ ਕਰਨੇ ਆ ਚੰਗੇ ਕੰਮਾਂ ਨੂੰ। ਮਨ ਦਾ ਕੀ ਆ। ਇੱਕ ਸੱਜਣ ਸੀ ਕੋਈ, ਤੁਰਿਆ ਜਾ ਰਿਹਾ ਸੀ। ਵੱਧ ਸਮਝੋਗੇ ਇਹਨਾਂ ਚੀਜ਼ਾਂ ਨਾਲ ਹੋਰ ਵੀ ਕਲੀਅਰ ਹੋ ਜਾਣਗੇ ਜਿਹੜੇ ਕਨਸੈਪਟ ਹੁੰਦੇ ਨੇ। ਇੱਕ ਸੱਜਣ ਸੀ, ਤੁਰਿਆ ਜਾ ਰਿਹਾ ਸੀ, ਖਜੂਰ ਦਾ ਪੇੜ ਉਹਨੇ ਦੇਖਿਆ, ਉੱਪਰ ਲੱਗੀਆਂ ਹੋਈਆਂ ਸੀ ਖਜੂਰਾਂ। ਕਹਿਣ ਲੱਗਾ, ਮਨਾ ਅੱਜ ਖਜੂਰਾਂ ਖਾਂਦੇ ਹਾਂ। ਖਜੂਰ ਦਾ ਦਰਖਤ, ਕਬੀਰ ਸਾਹਿਬ ਜੀ ਕਹਿੰਦੇ ਬੰਦਗੀ ਖਜੂਰ ਦੇ ਦਰਖਤ ਵਰਗੀ ਹੁੰਦੀ ਆ, ਉੱਤੇ ਚੜ੍ਹਨ ਦੇ ਸਮਾਨ ਹੁੰਦੀ ਆ। ਗਿਰੇ ਤੋਂ ਚਕਨਾ ਚੂਰ, ਤੇ ਬੰਦਾ ਡਿੱਗ ਪਵੇ ਤਾਂ ਲੱਕ ਟੁੱਟ ਜਾਂਦਾ ਬੰਦੇ ਦਾ। ਜੇ ਵਿਚਾਲੇ ਖੜ ਜੇ ਤੇ ਖੜਿਆ ਨਹੀਂ ਜਾਂਦਾ। ਚੜ੍ਹਨਾ ਔਖਾ ਫਕੀਰੀ 'ਚ, ਜੇ ਚੜ੍ਹ ਗਿਆ ਤੇ ਮਾੜਾ ਜਿਹਾ ਹੰਕਾਰ ਆ ਗਿਆ ਤੇ ਡਿੱਗ ਪਊਗਾ ਤੇ ਚੂਕਣਾ ਉਹਦਾ ਟੁੱਟ ਜਾਵੇਗਾ। ਇੱਥੇ ਫਿਰ ਉਹ ਕਹਿੰਦਾ ਮੈਂ ਵੀ ਖਜੂਰਾਂ ਖਾਣੀਆਂ ਨੇ। ਚੜ੍ਹ ਤਾਂ ਗਿਆ, ਕੰਬਿਆ, ਹਵਾ ਦੇ ਬੁੱਲੇ ਆਏ, ਹਿੱਲੇ ਦਰਖਤ, ਸੁਖਣਾ ਸੁਖ ਲਈ। ਕਹਿੰਦਾ ਹੇ ਪਰਮਾਤਮਾ, ਤੇਰੇ ਨਾਮ ਤੇ ਸਾਡੇ ਆਸ਼ਰਮ ਬਣਿਆ ਹੋਇਆ ਹੈ ਪਿੰਡ ਦੇ ਵਿੱਚ, 100 ਕੰਬਲ ਦੀ ਸੇਵਾ ਕਰਾਂਗਾ ਉੱਥੇ। ਸਹੀ ਸਲਾਮਤ ਮੈਨੂੰ ਵਾਪਸ ਥੱਲੇ ਮੈਂ ਪਹੁੰਚਣਾ ਚਾਹੁੰਦਾ, ਪਹੁੰਚਾ ਦੇ। ਸੁਖਣਾ ਜਿਵੇਂ ਬੰਦੇ ਸੁੱਖ ਲੈਂਦੇ ਨੇ, ਆਮ ਹੀ ਹੋ ਜਾਂਦੀਆਂ ਇਹ ਗੱਲਾਂ। 100 ਕੰਬਲ ਕਹਿੰਦਾ ਮੈਂ ਦੇਵਾਂਗਾ। ਜਦੋਂ ਖਜੂਰਾਂ ਤੋੜ ਲੀਆਂ, ਅੱਧ 'ਚ ਆਇਆ ਤਾਂ ਇਹਦੇ ਮਨ ਨੇ ਇਹਨੂੰ ਆਖਿਆ, ਕਹਿੰਦਾ 100 ਜ਼ਿਆਦਾ ਲੱਗਦੇ ਆ, ਕਿਉਂ ਕਰ, ਅੱਧ 'ਚ ਤਾਂ ਤੂੰ ਆਈ ਗਿਆ ਤੇ 50 ਕਰ ਦੇ। 50 ਕਰ ਦਿੱਤੇ। ਕਹਿੰਦਾ 100 ਬਾਹਲੇ ਆ, 50 ਕਰਦਾ ਹਾਂ। ਥੋੜਾ ਜਿਹਾ ਹੋਰ ਥੱਲੇ ਆਇਆ, ਕਹਿੰਦਾ ਹੁਣ ਤਾਂ ਧਰਤੀ ਨੇੜੇ ਹੀ ਆ, 50 ਬਾਹਲੇ ਨੇ ਤੇ 25 ਕਰ ਦੇਵਾਂਗਾ। ਇੱਦਾਂ ਜਿਵੇਂ ਜਿਵੇਂ ਥੱਲੇ ਆਈ ਜਾਂਦਾ ਤੇ 5 ਕੰਬਲ ਰਹਿ ਗਏ ਧਰਤੀ ਤੇ ਆਉਂਦੇ ਤੱਕ। ਤੇ ਘਰੇ ਆਇਆ, ਛੇਤੀ ਛੇਤੀ ਦੌੜਿਆ। ਪਤਨੀ ਪੁੱਛਦੀ ਆ ਤੈਨੂੰ ਹੋ ਕੀ ਗਿਆ ਅੱਜ? ਕਹਿੰਦਾ ਛੇਤੀ ਕਰ, ਤਿਜੋਰੀ ਵਿੱਚੋਂ ਮੈਨੂੰ ਪੈਸੇ ਦੇ, ਮੈਂ 5 ਕੰਬਲ ਖਰੀਦਣੇ ਆ ਤੇ ਦੇਣੇ ਆ। ਕਹਿੰਦੀ ਕੀ ਹੋ ਗਿਆ? ਕਹਿੰਦਾ ਅੱਗੇ 100 ਤੋਂ 50 ਹੋ ਗਏ, 50 ਤੋਂ 25 ਹੋ ਗਏ ਤੇ 25 ਤੋਂ 5 ਹੋ ਗਏ। ਤੇ ਮਨ ਐਸਾ ਹੈ ਇਹਨੇ 5 ਤੋਂ ਵੀ ਥੱਲੇ ਲੈ ਆਉਣੇ ਆ ਕਿ ਮੈਂ ਹੋਰ ਰੁਕਿਆ। ਟਾਲੇ ਟੋਲੇ ਦਿਨ ਗਿਆ, ਵਿਆਜ ਬੜੰਤ ਹੋ ਜਾਏ। ਇਹਨੇ ਟਾਲ ਮਟੋਲੇ ਕਰਨੇ ਆ, ਬੁਰੇ ਕੰਮਾਂ ਨੂੰ ਨਹੀਂ, ਚੰਗੇ ਕੰਮਾਂ ਨੂੰ। ਹਰ ਜਪਦੇ ਆਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਚੰਗੇ ਕੰਮ ਨੂੰ ਢਿੱਲ ਨਾ ਕਰੋ। ਇਹਨੇ ਟਾਲ ਦੇਣਾ, ਪੈਂਡਿੰਗ ਕਰ ਦੇਣਾ ਮਨ ਨੇ। ਇੱਦਾਂ ਹੀ ਹੋਇਆ। ਤਾਂ ਕਹਿੰਦਾ ਮੈਂ 5 ਕੰਬਲ ਦੇਣੇ ਨੇ, ਛੇਤੀ ਕਰ। ਪੁੱਛਿਆ ਸੀ ਕਾਰਨ, ਕਹਿੰਦਾ ਨਹੀਂ ਜੇ ਮੈਂ ਰੁਕ ਗਿਆ ਨਾ ਇਹਨੇ ਕੱਲ ਨੂੰ 1 ਤੇ ਆ ਜਾਣਾ। ਹੋ ਸਕਦਾ 1 ਤੋਂ ਵੀ ਇਹ ਕਹਿ ਦੇਵੇ ਚੱਲ ਛੱਡ, ਵੀ ਸਿਆਲਾਂ ਦੇ ਦਿਨ ਥੋੜ੍ਹੇ ਹੀ ਹੁੰਦੇ ਨੇ, ਉੱਥੇ ਲੋੜ ਕੀ ਆ। ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਦੀ, ਸਿਆਲ ਕਿਹੜਾ ਜ਼ਿਆਦਾ ਪੈਂਦੇ ਨੇ, 2-3 ਮਹੀਨੇ, ਗਰਮੀਆਂ ਹੀ ਵਾਲੀਆਂ ਹੁੰਦੀਆਂ ਨੇ, ਚਾਦਰ ਦੇ ਦਾਂਗੇ, ਇਵੇਂ ਕਹਿਣ ਲੱਗ ਜੂ। ਮਨ ਐਸਾ ਹੈ, ਇਹ ਮਨ ਆਰ ਸੀ
ਕੋਈ ਗੁਰਮੁਖ ਦੇਖੈ। ਇਹਨੂੰ ਕੋਈ ਗੁਰਮੁਖ ਦੇਖ ਸਕਦਾ ਹੈ। ਦੀਨ ਦਰਦ ਨਿਵਾਰ ਠਾਕੁਰ, ਵਾਹਿਗੁਰੂ ਤਾਂ ਅਨਾਥਾਂ ਦਾ ਨਾਥ ਆ। ਸੇਵਕਾਂ ਦੀ ਲਾਜ ਰੱਖਣ ਵਾਲਾ, ਤਰਨ ਤਾਰਨਾ ਦੁਖ ਨ ਸਕੈ ਵਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲਕਾਲ। ਕਹਿੰਦੇ ਹੋਰ ਕੋਈ ਚਾਰਾ ਨਹੀਂ, ਗੁਰੂ ਅਰਜਨ ਦੇਵ ਜੀ ਕਹਿੰਦੇ, ਚੰਗੀਆਂ ਆਦਤਾਂ ਬਣਾਉਣ ਵਾਸਤੇ ਹੋਰ ਕੋਈ ਚਾਰਾ ਨਹੀਂ। ਇੱਕ ਗੁਰੂ ਹੀ ਆ ਜਿਹਦੇ ਕੋਲੇ ਬਹਿ ਕੇ ਗਿਆਨ ਆਉਂਦਾ, ਚੰਗੀਆਂ ਆਦਤਾਂ, ਚੰਗੇ ਗੁਣ ਪੈਦਾ ਹੁੰਦੇ ਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਪਿੱਛੇ ਕਾਂਸ਼ੀ ਤੋਂ ਚੱਲ ਕੇ ਸੰਗਤ ਆ ਗਈ ਉਹਨਾਂ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ। ਉਹਨਾਂ ਵਿੱਚ ਕੁਝ ਸਿੱਖ ਵੀ ਆਏ ਚੱਲ ਕੇ, ਸੰਗਤਾਂ ਵੀ ਆਈਆਂ, ਇਸਤਰੀਆਂ ਵੀ ਆਈਆਂ, ਬੱਚੇ ਵੀ ਆਏ। ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਕਰਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨੇ ਚੱਲ ਕੇ ਆਏ। ਪੁੱਛਿਆ ਮਹਾਰਾਜ ਕਿੱਧਰ ਗਏ ਨੇ? ਆਖਿਆ ਸੀ ਸ਼ਿਕਾਰ ਖੇਡਣ ਗਏ ਹੋਏ ਆ। ਕੁਝ ਕਦੇ ਮਨਾਂ 'ਚ ਸ਼ੰਕਾ ਪੈਦਾ ਹੋ ਗਿਆ, ਗੁਰੂ ਨਾਨਕ ਦੀ ਗੱਦੀ ਆ ਤੇ ਖੇਡਦੇ ਸ਼ਿਕਾਰ ਨੇ। ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਵਾਰਸ ਨੇ ਅੱਗੇ ਅੱਗੇ, ਇਹ ਕਿਉਂ ਰੀਤੀ ਅਪਣਾਈ ਆ? ਇੱਕ ਸਿੱਖ ਪਿੱਛੇ ਚਲਾ ਗਿਆ ਜਿੱਥੇ ਮਹਾਰਾਜ ਸ਼ਿਕਾਰ ਖੇਡ ਰਹੇ ਸੀ। ਇੱਕ ਹੱਥ ਤੇ ਬਾਜ ਬੈਠਾ ਸੀ, ਇੱਕ ਹੱਥ ਤੇ ਬਟੇਰਾ ਬੈਠਾ ਸੀ, ਤੇ ਉਹ ਬਾਜ ਜਿਹੜਾ ਸੀ ਬਟੇਰੇ ਨੂੰ ਨੋਚ ਨੋਚ ਖਾ ਰਿਹਾ ਸੀ ਤੇ ਗੁਰੂ ਸਾਹਿਬ ਜੀ ਦੇ ਹੱਥਾਂ ਨੂੰ ਖੂਨ ਲੱਗਿਆ ਹੋਇਆ ਸੀ। ਸਿੱਖ ਕਹਿਣ ਲੱਗਾ, ਮੈਂ ਤਾਂ ਗਲਤ ਰਾਹ ਤੇ ਆ ਗਿਆ, ਇਹ ਗੁਰੂ ਨਹੀਂ ਹੋ ਸਕਦਾ। ਇਹਦੇ 'ਚ ਦਇਆ ਨਹੀਂ, ਤਰਸ ਨਹੀਂ। ਇਹਦੇ ਹੱਥ ਤੇ ਬੈਠਾ ਹੋਇਆ ਬਾਜ ਹੀ ਤਾਂ, ਤੇ ਉਹ ਬਟੇਰੇ ਨੂੰ ਖਾ ਰਿਹਾ ਹੈ, ਪੰਛੀ ਨੂੰ ਨੋਚ ਨੋਚ ਕੇ। ਤੇ ਇਹਨਾਂ ਦੇ ਹੱਥ ਖੂਨ ਦੇ ਨਾਲ ਲਿਬੜੇ ਹੋਏ ਲੱਥ-ਪੱਥ ਨੇ, ਇਹ ਗੁਰੂ ਨਹੀਂ ਹੋ ਸਕਦੇ। ਸ਼ੰਕਾ ਪੈਦਾ ਹੋ ਗਿਆ ਸੀ ਮਨ 'ਚ। ਫਿਰ ਗੁਰੂ ਮਹਾਰਾਜ ਨੇ ਉਹਨੂੰ ਦੱਸਿਆ ਕਿ ਇਹ ਬਾਜ ਜਿਹੜਾ ਹੈ ਇਹ ਚੌਥੇ ਪਾਤਸ਼ਾਹ ਜੀ ਦਾ ਸਿੱਖ ਸੀ। ਇਹ ਬਟੇਰਾ ਜਿਹੜਾ ਹੈ ਇੱਕ ਮਲਾਹ ਸੀ ਜਿਹੜਾ ਕਸ਼ਤੀ ਵਿੱਚ ਬਿਠਾ ਕੇ ਯਾਤਰੀਆਂ ਨੂੰ ਪਾਰ ਕਰਵਾਉਣ ਵਾਲੇ ਨੂੰ ਮਲਾਹ ਕਹਿੰਦੇ ਨੇ। ਚੱਪੂ ਮਾਰਦਾ ਕਸ਼ਤੀ 'ਚ, ਬੇੜੇ 'ਚ ਪੈਸੇ ਲੈ ਕੇ ਲੋਕਾਂ ਨੂੰ ਪਾਰ ਕਰਵਾਉਂਦਾ ਸੀ। ਇੱਕ ਦਿਨ ਇਹ ਸਿੱਖ ਆ ਗਿਆ ਚੱਲ ਕੇ, ਜਿਹੜਾ ਹੁਣ ਬਾਜ ਬਣਿਆ ਹੈ। ਕਹਿੰਦਾ ਮੈਨੂੰ ਪਾਰ ਕਰਵਾ ਦੇ, ਮੈਂ ਚੌਥੇ ਪਾਤਸ਼ਾਹ ਦੇ ਕੰਮ ਜਾਣਾ। ਜਦੋਂ ਪਾਰ ਕਰਵਾਦਾ, ਆਖਿਆ ਸੀ 5 ਪੈਸੇ ਆ ਮੇਰੇ ਕੋਲੇ ਲੈ ਲਾ। ਤੇ ਇਹ ਮਲਾਹ ਬਹੁਤ ਜ਼ਿਆਦਾ ਆਕੜ ਗਿਆ, ਕਹਿੰਦਾ ਨਹੀਂ, ਮੈਂ 5 ਗੁਣਾ ਹੋਰ ਲੈਣੇ ਆ। ਭਾਵ ਕਿ ਤੂੰ ਮੈਨੂੰ 25 ਰੁਪਈਏ ਦੇ, 5 ਨਹੀਂ ਮੈਂ ਸਵੀਕਾਰ ਕਰਨੇ। ਉਹ ਆਖਣ ਲੱਗਾ, ਸਿੱਖ ਮੇਰੇ ਕੋਲ ਇੰਨਾ ਹੀ ਆ ਤੇ ਮੈਂ ਗੁਰੂ ਮਹਾਰਾਜ ਦੇ ਕੰਮ ਆਇਆ ਹਾਂ, ਤੂੰ ਮੇਰੇ ਤੇ ਤਰਸ ਖਾ। ਇਹਨੇ ਉਹਨੂੰ ਬਾਹਾਂ ਨਾਲ ਫੜ ਕੇ, ਮਲਾਹ ਨੇ ਸਿੱਖ ਨੂੰ ਪਾਣੀ 'ਚ ਡੁਬੋ ਕੇ ਮਾਰਿਆ। ਸਿੱਖ ਨੇ ਮਰਨ ਤੋਂ ਪਹਿਲਾਂ ਆਖਿਆ ਸੀ, ਮੇਰਾ ਜੀ ਕਰਦਾ ਹੈ ਐਸੇ ਕ੍ਰੋਧੀ ਬੰਦੇ ਨੂੰ ਨੋਚ ਨੋਚ ਖਾ ਜਾ। ਤੇ ਜੈਸੀ ਵਾਸ਼ਨਾ ਸੀ, ਸੋਚ ਸੀ, ਉਹੋ ਜਿਹਾ ਸਰੀਰ ਮਿਲ ਗਿਆ। ਬਾਜ ਨੋਚ ਨੋਚ ਹੀ ਖਾਂਦਾ ਹੈ, ਚੁੰਝਾਂ ਮਾਰ ਕੇ ਬਾਜ ਬਣ ਗਿਆ, ਇਹ ਬਟੇਰਾ ਬਣ ਗਿਆ। ਇਹ ਅੱਜ ਇਹਨਾਂ ਦਾ ਹਿਸਾਬ ਕਿਤਾਬ ਹੋ ਰਿਹਾ ਸਾਡੀਆਂ ਅੱਖਾਂ ਸਾਹਮਣੇ। ਕਾਂਸ਼ੀ ਤੋਂ ਆਏ ਸਿੱਖ ਨੂੰ ਜਦੋਂ ਅਸਲ ਗੱਲ ਪਤਾ ਲੱਗੀ ਸੀ, ਉਦੋਂ ਫਿਰ ਝੁਕਿਆ ਸੀ। ਕਹਿਣ ਦਾ ਭਾਵ ਸਾਡਾ ਮਨ ਹੈ ਇਹ ਸ਼ੰਕਿਆਂ ਦੇ ਵਿੱਚ ਪੈ ਜਾਂਦਾ ਹੈ, ਦੂਜਿਆਂ ਨੂੰ ਬਹੁਤ ਗਿਆਨ ਦਿੰਦਾ, ਜਦੋਂ ਆਪਣੀ ਗੱਲ ਆਉਂਦੀ ਆ ਇਹ ਤੋਂ ਕਮਾਏ ਨਹੀਂ ਜਾਂਦੇ। ਇਹ ਜਿਹੜੇ ਬਚਨ ਹੁੰਦੇ ਨੇ, ਦੂਜਿਆਂ ਦੇ ਘਰੇ ਦੁੱਖ ਆਇਆ, ਕਹਿੰਦੇ ਆ ਰੱਬ ਦਾ ਭਾਣਾ, ਰੱਬ ਦਾ ਹੁਕਮ, ਪਰਮਾਤਮਾ ਨੇ ਕਰਤਾ, ਰਜਾ 'ਚ ਰਹੀਦਾ ਹੁੰਦਾ, ਇਵੇਂ ਕਰੀਦਾ ਹੁੰਦਾ। ਗੁਰੂ ਦੀ ਬਾਣੀ ਕਹਿੰਦੀ ਆ ਹੁਕਮ 'ਚ ਰਹਿਣਾ ਚਾਹੀਦਾ। ਤੂੰ ਘੱਲਿਆ ਸੀ ਜੱਗ ਵਿੱਚ ਆਏ, ਤੂੰ ਸੱਦੇ ਉੱਠ ਜਾਣਾ, ਪੈਰ ਪਸਾਰ ਇੱਥੇ ਨਹੀਂ ਰਹਿਣਾ, ਕਿਆ ਰਾਜਾ ਕਿਆ ਰਾਣਾ। ਇਹ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ,
ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ 'ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਇਹ ਦੁਨੀਆ ਮੇਲਾ ਹੈ। 4-5 ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਪਰ ਜਦੋਂ ਉਹੀ ਦੁੱਖ ਕਹਿੰਦੇ ਸਾਡੇ ਤੇ ਆਉਂਦਾ, ਉਦੋਂ ਫਿਰ ਸਾਡਾ ਹਾਲ, ਸਾਡਾ ਗਿਆਨ ਉੱਥੇ ਕੰਮ ਨਹੀਂ ਆਉਂਦਾ। ਸਾਡੀਆਂ ਸੁਣੀਆਂ ਗੱਲਾਂ, ਗਿਆਨ ਵਾਲੀਆਂ ਗੱਲਾਂ ਪਤਾ ਲੱਗਦੀਆਂ ਵੀ ਅਸੀਂ ਇਹ ਗਿਆਨ ਦੂਜਿਆਂ ਵਾਸਤੇ ਰੱਖਿਆ ਸੀ, ਸਾਡੇ ਆਪ ਦੇ ਵਾਸਤੇ ਨਹੀਂ ਸੀ। ਜਦੋਂ ਸਾਨੂੰ ਦੁੱਖ ਆਉਂਦਾ ਤਾਂ ਦੂਜੇ ਬੰਦੇ ਆ ਕੇ ਸਾਨੂੰ ਕਹਿੰਦੇ ਨੇ ਇਹ ਰੱਬ ਦਾ ਹੁਕਮ ਆ ਭਾਣਾ। ਜਦੋਂ ਉਹਨਾਂ ਨੂੰ ਹੁੰਦਾ ਅਸੀਂ ਜਾ ਕੇ ਕਹਿੰਦੇ ਹਾਂ, ਪਰ ਨਾ ਤਾਂ ਉਹ ਰਜਾ 'ਚ ਰਹਿੰਦੇ ਨੇ, ਨਾ ਅਸੀਂ ਰਜਾ 'ਚ ਰਹਿੰਦੇ ਹਾਂ। ਕਾਰਨ ਕੀ ਆ? ਰਜਾ 'ਚ ਰਹਿਣਾ ਹੀ ਤਾਂ ਬੰਦਗੀ ਆ। ਅਸਲ ਬੰਦਗੀ ਰਜਾ 'ਚ ਰਹਿਣਾ ਹੈ। ਤੁਸੀਂ ਆਖੋਗੇ ਕਿਵੇਂ ਗੱਲ ਹੋ ਗਈ? ਕੀਰਤਨ, ਕਥਾ, ਅੰਮ੍ਰਿਤ ਬਾਣੀ ਪੜ੍ਹਨੀ, ਬਾਣੀ ਸੁਣਨੀ, ਕਾਰਨ ਕੀ ਆ? ਫਲ ਕੀ ਹੈ ਇਹਦਾ? ਰਜਾ 'ਚ ਬੰਦਾ ਆ ਜਾਵੇ, ਭਾਣੇ 'ਚ ਆ ਜਾਵੇ। ਗੁਰਮੁਖ ਹੋਏ ਸੋ ਭਾਣਾ ਮੰਨੈ, ਸਹਿਜੇ ਹਰ ਰਸ ਪੀਜੈ। ਅਸੀਂ ਕੀ ਕਰਦੇ ਹਾਂ ਨਾ, ਗਿਆਨ ਅਸੀਂ ਰੱਖੀ ਫਿਰਦੇ ਹਾਂ ਦੂਜਿਆਂ ਲਈ, ਉਹ ਬੰਦੇ ਰੱਖੀ ਫਿਰਦੇ ਆ ਗਿਆਨ ਸਾਡੇ ਲਈ। ਗੁਰੂ ਨਾਨਕ ਜੀ ਦੀਆਂ ਇੱਕ ਪੰਕਤੀਆਂ ਨੇ, ਤੁਹਾਨੂੰ ਹੋਰ ਕਲੀਅਰ ਹੋ ਜਾਏਗੀ। ਆਖਣ ਆਖੈ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਬੰਦੇ ਨੂੰ ਪੁੱਛੋ, ਉਹਨੂੰ ਕਹੋ ਤੇ ਤੂੰ ਸਿਆਣਾ ਹੈ ਮੇਰੇ ਨਾਲੋਂ? ਕਹੇਗਾ ਹਾਂ ਮੈਂ ਸਿਆਣਾ। ਉਹ ਕਹੇਗਾ ਜਿਹੜੀਆਂ ਗੱਲਾਂ ਮੈਨੂੰ ਪਤਾ ਤੈਨੂੰ ਨਹੀਂ ਪਤਾ, ਮੈਂ ਬੜੀ ਦੁਨੀਆ ਦੇਖੀ ਆ। ਇੱਕ ਦੂ ਇੱਕ ਸਿਆਣਾ। ਇੱਕ ਵਾਰੀ ਇੱਕ ਕਹਾਣੀ ਮੈਂ ਪੜ੍ਹੀ ਹੈ, ਬੜੀ ਹਾਸੇ ਵਾਲੀ ਵੈਸੇ ਤੇ ਹੈ, ਸੱਚੀ ਵੀ ਆ। ਕਹਿੰਦੇ 2 ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਨਾਡੂ ਖਾਂ ਸੀ, ਇੱਕ ਪਾਟੇ ਖਾਂ ਸੀ। ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਕਹਿੰਦੇ ਦੁਨੀਆ ਦੇ ਵਿੱਚ ਨਾਡੂ ਖਾਂ ਕਹਿੰਦਾ 2 ਬੰਦੇ ਹੀ ਸਿਆਣੇ ਆ। ਪਾਟੇ ਖਾਂ ਨੂੰ ਕਹਿਣ ਲੱਗਾ ਕੌਣ? ਕਹਿੰਦਾ ਇੱਕ ਤੂੰ ਤੇ ਇੱਕ ਮੈਂ। 2 ਮਿੰਟ ਬਾਅਦ ਉਹ ਕਹਿੰਦਾ ਵੈਸੇ ਜੇ ਸੋਚਿਆ ਜਾਵੇ ਤੇ ਤੂੰ ਵੀ ਕਾਹਦਾ ਸਿਆਣਾ, ਕੱਲਾ ਮੈਂ ਹੀ ਸਿਆਣਾ। ਆਖਣ ਆਖੈ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਗਿਆਨ ਅਸੀਂ ਰੱਖੀ ਫਿਰਦੇ ਹਾਂ ਦੂਜਿਆਂ ਵਾਸਤੇ। ਦੂਜੇ ਨੂੰ ਕਹਿੰਦੇ ਆ ਤੂੰ ਭਾਣੇ 'ਚ ਰਿਹਾ ਕਰ। ਜਦੋਂ ਸਾਡੇ ਤੇ ਦੁੱਖ ਆਉਂਦਾ ਉਹ ਸਾਡੀਆਂ ਗੱਲਾਂ ਸਾਡੇ ਕੰਮ ਨਹੀਂ ਆਉਂਦੀਆਂ। ਕਾਰਨ ਇਹ ਆ ਕਿ ਉਹ ਬੰਦਾ ਆ ਕੇ ਉਦੋਂ ਸਾਨੂੰ ਕਹਿ ਰਿਹਾ ਹੁੰਦਾ ਭਾਣੇ 'ਚ ਰਿਹਾ ਕਰ, ਜਦੋਂ ਅਸੀਂ ਉਹਨੂੰ ਕਿਹਾ ਸੀ ਉਹ ਵੀ ਕਹਿ ਦਿੰਦਾ ਵੀ ਹੁਣ ਮੈਂ ਕਹਿਦਾ, ਹੁਣ ਮੇਰੀ ਵਾਰੀ ਆ। ਇਵੇਂ ਮਹਾਂਪੁਰਸ਼ ਕਹਿੰਦੇ ਹੁੰਦਾ। ਤਾਂ ਗਿਆਨ ਜਿਹੜਾ ਹੈ ਨਾ ਕਿਸੇ ਵਾਸਤੇ ਨਹੀਂ ਹੁੰਦਾ। ਗਿਆਨ ਪਹਿਲਾਂ ਆਪ ਕਮਾਈਦਾ ਹੈ, ਆਪਣੀ ਜ਼ਿੰਦਗੀ 'ਚ ਲਿਆਈਦਾ ਹੈ। ਫਿਰ ਬੰਦੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਬੰਦੇ ਦੀਆਂ ਅੱਖਾਂ ਹੀ ਬੜਾ ਕੁਝ ਕਹਿ ਦਿੰਦੀਆਂ ਨੇ। ਅੱਖਾਂ ਦੇ ਕਹਿੰਦੇ ਹੱਥ ਪੈਰ ਨਹੀਂ ਹੁੰਦੇ, ਇਹ ਬੜਾ ਕੁਝ ਵੰਡ ਸਕਦੀਆਂ ਨੇ ਤੇ ਵੰਡ ਦਿੰਦੀਆਂ ਨੇ। ਤੇ ਅੱਖਾਂ ਦੇ ਹੱਥ ਨਹੀਂ ਹੁੰਦੇ, ਇਹ ਖੋਹ ਵੀ ਬੜਾ ਕੁਝ ਲੈਂਦੀਆਂ ਨੇ। ਮਾੜੇ ਬੰਦੇ ਦੀ ਦੇਖਣੀ, ਬੰਦੇ ਵੱਲ ਝਾਕਣੀ ਬੜਾ ਕੁਝ ਖੋਹ ਲੈਂਦੀ ਆ। ਚੰਗੇ ਬੰਦੇ ਦੀ ਦੇਖਣੀ ਬੰਦੇ ਨੂੰ ਬੜਾ ਕੁਝ ਵੰਡ ਦਿੰਦੀ ਆ। ਇਸ ਕਰਕੇ ਜਿਹੜਾ ਗਿਆਨ ਆ ਨਾ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਗਿਆਨ ਆਪਣੇ ਲਈ ਕਮਾਉਣਾ ਚਾਹੀਦਾ ਹੈ। ਜਦੋਂ ਦੂਜਿਆਂ ਤੇ ਘਰੇ ਦੁੱਖ ਹੁੰਦਾ ਅਸੀਂ ਦੂਰੋਂ ਖੜ ਕੇ ਦੇਖਦੇ ਹਾਂ, ਬੜੀ ਦੂਰੋਂ, ਤਾਂ ਨਹੀਂ ਅਸੀਂ ਦੁਖੀ ਹੁੰਦੇ। ਜਦੋਂ ਸਾਡੇ ਤੇ ਆਉਂਦਾ ਹੈ ਅਸੀਂ ਉਹ 'ਚ ਖੁੱਬੇ ਹੁੰਦੇ ਹਾਂ, ਤਾਂ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ। ਗੁਰੂ ਦੀ ਬਾਣੀ ਕਹਿੰਦੀ ਜਿਵੇਂ ਤੁਸੀਂ ਦੂਜਿਆਂ ਦੇ ਦੁੱਖ ਨੂੰ ਦੇਖਦੇ ਹੋ, ਜੇ ਕਿਤੇ ਆਪਣੇ ਦੁੱਖ ਨੂੰ ਇਵੇਂ ਦੇਖਣ ਲੱਗ ਜਾਓ ਦੂਰੋਂ ਖੜ ਕੇ, ਤੇ ਤੁਹਾਨੂੰ ਦੁੱਖ ਨਹੀਂ ਲੱਗੇਗਾ। ਜਿਹੜੀਆਂ ਗੱਲਾਂ ਦੂਜਿਆਂ ਨੂੰ ਕਹਿੰਦੇ ਆ ਹੁਕਮ 'ਚ ਰਹਿ, ਭਾਣੇ 'ਚ ਰਹਿ, ਤੇ ਉਹ ਚੀਜ਼ਾਂ ਆਪਣੇ ਤੇ ਵੀ ਲਾਗੂ ਕਰ। ਇੱਕ ਕਹਾਣੀ ਕਹਾਂ ਹੋਰ ਸਮਝ ਆਵੇਗੀ ਅਸੀਂ ਕਿਵੇਂ ਕਰਦੇ ਹਾਂ। ਇਹ ਸਾਡਾ ਕਹਾਣੀ ਤਾਂ ਹੋ ਸਕਦਾ ਝੂਠੀ ਵੀ ਹੋ ਸਕਦੀ ਹੈ, ਸਮਝਾਉਣ ਲਈ ਹੋ ਸਕਦੀ ਹੈ, ਪਰ ਜੋ ਕਹਿੰਦੀ ਆ ਉਹਦੇ ਪਿਛਲੇ ਉਹਦਾ ਮੋਰਲ ਆ ਉਹ ਸੱਚ ਆ। ਇੱਕ ਕੋਈ ਸੱਜਣ ਸੀ ਤੇ ਰੋ ਰਿਹਾ ਸੀ, ਯਾਰੋ ਯਾਰ। ਦੇਖਿਆ ਕਾਰਨ ਸੀ ਲੋਕਾਂ ਦੀ ਭੀੜ ਇਕੱਠੀ ਹੋਈ, ਸਾਹਮਣੇ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਸੀ।
ਉੱਚੀ ਉੱਚੀ ਰੋ ਰਿਹਾ ਸੀ। ਰੋਣਾ ਉਹਦਾ ਬੰਦ ਹੀ ਨਾ ਹੋਵੇ। ਪੁੱਛਿਆ ਕੀ ਹੋ ਗਿਆ? ਕਹਿੰਦਾ ਆ ਮੇਰਾ ਘਰ ਨੂੰ ਅੱਗ ਲੱਗ ਗਈ, ਮੈਂ ਤਾਂ ਰੋ ਰਿਹਾ। ਕੋਈ ਆਇਆ ਪਿੱਛੋਂ ਆ ਕੇ ਕਹਿੰਦਾ ਰੋ ਨਾ। ਉਹ ਕਹਿੰਦਾ ਕਿਉਂ ਨਾ ਰੋਵਾਂ? ਕਹਿੰਦੇ ਇਹ ਤੇਰਾ ਜਿਹੜਾ ਘਰ ਆ ਨਾ, ਤੇਰੇ ਮੁੰਡੇ ਨੇ ਭਾਵ ਤੇਰੇ ਪੁੱਤਰ ਨੇ ਇਹਦਾ ਸੌਦਾ ਕਰਤਾ ਸੀ ਕੱਲ, ਇਹ ਵੇਚਤਾ ਸੀ। ਉਹਦਾ ਰੋਣਾ ਬੰਦ ਹੋ ਗਿਆ, ਚੁੱਪ ਹੋ ਗਿਆ। ਇੱਕ ਹੋਰ ਆਇਆ ਪਿੱਛੋਂ, ਕਹਿੰਦਾ ਨਹੀਂ ਨਹੀਂ ਸੌਦਾ ਤਾਂ ਹੋ ਗਿਆ ਸੀ ਪਰ ਪੈਸੇ ਨਹੀਂ ਮਿਲੇ। ਇਹ ਫਿਰ ਰੋਣ ਲੱਗ ਗਿਆ। ਬਲਦੇ ਹੋਏ ਕਿਸੇ ਦੇ ਘਰ ਦੀਆਂ ਲਾਟਾਂ ਭਾਵੇਂ ਤੇਜ਼ ਹੋ ਰਹੀਆਂ ਸੀ, ਜਦੋਂ ਪਤਾ ਲੱਗਾ ਉਹਦਾ ਸੌਦਾ ਹੋਇਆ ਚੁੱਪ ਰਿਹਾ। ਜਦੋਂ ਫਿਰ ਕਿਹਾ ਵੀ ਅਜੇ ਪੈਸੇ ਨਹੀਂ ਮਿਲੇ, ਸੌਦਾ ਹੀ ਹੋਇਆ, ਫਿਰ ਰੋਣ ਲੱਗ ਗਿਆ। ਕਾਰਨ ਇਸ ਗੱਲ ਦਾ ਇਹ ਆ ਵੀ ਅਸੀਂ ਦੂਜਿਆਂ ਦੇ ਦੁੱਖ ਨੂੰ ਦੂਰੋਂ ਖੜ ਕੇ ਦੇਖਦੇ ਹਾਂ। ਉਦੋਂ ਇਹ ਕਹਿਣਾ ਸੌਖਾ ਲੱਗਦਾ ਭਾਣਾ ਹੈ, ਰਜਾ ਹੈ, ਦੋ ਤਿੰਨ ਗੱਲਾਂ ਹੋਰ ਕਹਿ ਦਿੰਦੇ ਉਸ ਨੂੰ ਪਰਚਾਉਣੀ ਤੇ ਉਦੋਂ ਬਾਅਦ ਸਾਡੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਤੁਹਾਨੂੰ ਸਭ ਨੂੰ ਪਤਾ ਹੀ ਆ, ਮੈਨੂੰ ਕਹਿਣ ਦੀ ਲੋੜ ਨਹੀਂ। ਤੇ ਉਸ ਤੋਂ ਬਾਅਦ ਜਦੋਂ ਸਾਡੇ ਤੇ ਦੁੱਖ ਆਉਂਦਾ ਉਦੋਂ ਭਾਣਾ, ਰਜਾ, ਹੁਕਮ, ਗੁਰਮੁਖ ਹੋਏ ਸੋ ਭਾਣਾ ਮੰਨੇ, ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ। ਕਾਰਨ ਉਹਦਾ ਇਹ ਆ ਅਸੀਂ ਗਿਆਨ ਦੂਜਿਆਂ ਵਾਸਤੇ ਸਾਂਭ ਕੇ ਰੱਖਦੇ ਹਾਂ, ਉਹ ਲੋਕ ਸਾਡੇ ਵਾਸਤੇ ਰੱਖਦੇ ਨੇ। ਕਮਾ ਨਹੀਂ ਕੋਈ ਰਿਹਾ। ਮਹਾਰਾਜ ਦੀ ਬਾਣੀ ਦਾ ਪੜ੍ਹਨ ਦਾ ਮਕਸਦ, ਕਥਾ ਦਾ ਮਕਸਦ, ਕੀਰਤਨ ਦਾ ਮਕਸਦ ਇਹ ਆ ਵੀ ਬੰਦਾ ਰਜਾ ਦੇ ਵਿੱਚ ਆ ਜਾਵੇ, ਹੁਕਮ ਦੇ ਵਿੱਚ ਆ ਜਾਵੇ, ਉਹਦੇ ਭਾਣੇ 'ਚ ਆ ਜਾਵੇ। ਜਿਹੜਾ ਬਾਣੀ ਪੜ੍ਹਦਾ ਹੈ ਪਰ ਹੁਕਮ 'ਚ ਨਹੀਂ ਰਹਿੰਦਾ, ਉਹ ਬਾਣੀ ਪੜ੍ਹਦਾ ਨਹੀਂ ਹੋਣਾ, ਕੁਝ ਹੋਰ ਹੋਵੇਗਾ, ਪਖੰਡ ਹੋਵੇਗਾ ਉਹਦਾ। ਜਿਹੜਾ ਬਾਣੀ ਪੜ੍ਹਦਾ ਉਹਦਾ ਮਨ ਹੀ ਸ਼ਾਂਤ ਨਹੀਂ, ਉਹ ਗੁੱਸੇ 'ਚ ਹੀ ਰਹਿੰਦਾ। ਉਹ ਬਾਣੀ ਪੜ੍ਹਦਾ ਹੋਵੇਗਾ, ਪਖੰਡ ਕਰਦਾ ਹੋਵੇਗਾ, ਉਹਨੇ ਬਾਣੀ ਪੜ੍ਹੀ ਨਹੀਂ ਅਸਲ 'ਚ, ਉਹਦਾ ਮਨ ਕਿਤੇ ਹੋਰ ਹੋਵੇਗਾ, ਉਹਦਾ ਮੁੱਖ ਕਿਤੇ ਹੋਰ ਹੋਵੇਗਾ। ਜਿਹੜੇ ਕਥਾ ਕੀਰਤਨ ਆਪਾਂ ਕਰਨੀ ਹੁੰਦੀ ਆ, ਜੇ ਅਸੀਂ ਇਹਦੇ ਜੈਸੇ ਹੋ ਹੀ ਨਹੀਂ ਸਕੇ, ਸਾਡਾ ਸੁਭਾਅ ਹੀ ਨਹੀਂ ਇਹੋ ਜਿਹਾ ਬਣ ਸਕਿਆ, ਤਾਂ ਮਤਲਬ ਇਹ ਸੀ ਸਾਡੇ ਜਿਹੜੇ ਮਨ ਤੇ ਉਹਦਾ ਅਸਰ ਨਹੀਂ ਹੋਇਆ। ਕਾਰਨ ਮਨ ਕਿਤੇ ਹੋਰ ਸੀ। ਕਲਗੀਧਰ ਪਾਤਸ਼ਾਹ ਜੀ ਦੀ ਇੱਕ ਸਾਖੀ ਆਉਂਦੀ ਆ, ਹੋਰ ਇਹ ਗੱਲ ਕਲੀਅਰ ਹੋ ਜਾਏਗੀ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਦੀਵਾਨ 'ਚ ਸਜੇ ਹੋਏ ਸੀ। ਅੱਜ ਸਿੱਖਾਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਸੀ ਸਿੰਘਾਂ ਦੀ, ਕਿਉਂਕਿ ਲਾਗੇ ਹੀ ਪਿੰਡ 'ਚ ਇੱਕ ਮੇਲਾ ਲੱਗਾ ਸੀ। ਕੁਝ ਉੱਥੇ ਚਲੇ ਗਏ। ਪੁਰਾਣੇ ਜਿਹੜੇ ਸਿੱਖ ਸੀ ਕੋਲ ਖੜੇ ਹੋਏ, ਜਿਹੜੇ ਨਹੀਂ ਸੀ ਗਏ, ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਿਕਾਇਤ ਕਰਦੇ ਆ ਜਿਹੜੇ ਮੇਲੇ 'ਚ ਗਏ। ਪਰ ਮਨ ਇਹਨਾਂ ਦਾ ਵੀ ਕਰਦਾ ਸੀ ਮੇਲਾ ਦੇਖਣ ਨੂੰ, ਮਨ ਇਹਨਾਂ ਦਾ ਵੀ ਕਰੇ, ਪਰ ਕੀ ਕਰਨ? ਡਰਦੇ ਸੀ, ਅੱਧੇ ਡਰਦੇ ਮਾਰੇ ਨਹੀਂ ਗਏ। ਜਿਵੇਂ ਮਸਕੀਨ ਸਾਹਿਬ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਕਈ ਬੰਦੇ ਤਾਂ ਅਪਰਾਧ ਕਰਨਾ ਚਾਹੁੰਦੇ ਆ, ਬਹੁਤ ਗਲਤ ਕੰਮ ਕਰਨਾ ਚਾਹੁੰਦੇ ਆ, ਪਰ ਕਰਦੇ ਪਤਾ ਕਿਉਂ ਨਹੀਂ? ਉਹਨਾਂ ਨੂੰ ਕਾਨੂੰਨ ਦਾ ਡਰ ਆ, ਪਰ ਚਿੱਤ ਉਹਨਾਂ ਦਾ ਕਰਦਾ। ਇਵੇਂ ਇਹਨਾਂ ਦਾ ਮਨ ਵੀ ਕਰੇ ਮੇਲੇ 'ਚ ਜਾਣ ਨੂੰ, ਪਰ ਜਾ ਨਹੀਂ ਸਕੇ ਡਰਦੇ ਮਾਰੇ। ਕਹਿੰਦੇ ਪਾਤਸ਼ਾਹ ਜੀ ਤੁਹਾਨੂੰ ਪਤਾ ਤੁਹਾਡੇ ਸਿੰਘ ਅੱਜ ਕਿੱਥੇ ਗਏ ਆ? ਉਹ ਮੇਲੇ 'ਚ ਫਿਰਦੇ ਆ। ਜਿਹੜੇ ਮੇਲੇ 'ਚ ਸੀ ਉਹਨਾਂ ਦਾ ਧਿਆਨ ਗੁਰੂ ਜੀ ਦੇ ਕੋਲ ਰਿਹਾ। ਕਾਰਨ ਉਹਨਾਂ ਦਾ ਧਿਆਨ ਗੁਰੂ 'ਚ ਰਿਹਾ। ਜੇ ਗੁਰੂ ਨੂੰ ਪਤਾ ਲੱਗ ਗਿਆ, ਮੇਲਾ ਹੀ ਨਹੀਂ ਵੇਖ ਸਕੇ ਉਹ। ਮਨ ਜਿੱਥੇ ਹਾਜ਼ਰ ਆ ਨਾ, ਹਾਜ਼ਰੀ ਉਹਦੀ ਲੱਗਦੀ ਆ। ਸੁਰਤ ਜਿੱਥੇ ਤੁਹਾਡੀ ਪਈ ਆ, ਹਾਜ਼ਰੀ ਉਹ ਚੀਜ਼ ਦੀ ਲੱਗਣੀ ਆ। ਸਰੀਰ ਦੀ ਹਾਜ਼ਰੀ ਨਹੀਂ ਮੰਨਦੇ ਗੁਰੂ ਮਹਾਰਾਜ। ਸਤਿਗੁਰੂ ਕਹਿੰਦੇ ਅੱਜ ਤਾਂ ਉਹ ਗੱਲ ਹੋ ਗਈ, ਹੱਸ ਕੇ ਕਹਿੰਦੇ ਹਾਜ਼ਰ ਗੈਰ ਹਾਜ਼ਰ ਹੋ ਗਏ ਤੇ ਗੈਰ ਹਾਜ਼ਰ ਹਾਜ਼ਰ ਹੋ ਗਏ। ਆਖਿਆ ਸੀ ਪਾਤਸ਼ਾਹ ਜੀ ਸਮਝ ਨਹੀਂ ਲੱਗੀ ਇਹਨਾਂ ਚੀਜ਼ਾਂ ਦੀ। ਕਹਿੰਦੇ ਜਿਹੜੇ ਮੇਲੇ 'ਚ ਆ, ਇੱਥੇ ਸਰੀਰ ਨਹੀਂ ਉਹਨਾਂ ਦਾ, ਗੈਰ ਹਾਜ਼ਰ ਨੇ, ਪਰ ਸੁਰਤ ਇੱਥੇ ਸਾਡੇ ਕੋਲੇ ਹੀ ਪਈ ਆ, ਹਾਜ਼ਰ ਹੋ ਗਏ। ਤੁਸੀਂ ਹਾਜ਼ਰ ਹੋ, ਸਰੀਰ ਤੁਹਾਡਾ ਇੱਥੇ ਆ, ਤੁਹਾਡੀ ਸੁਰਤ ਮੇਲਿਆਂ ਦੇ ਰੰਗਾਂ 'ਚ ਆ, ਉਹ ਤਮਾਸ਼ਿਆਂ 'ਚ ਆ, ਤੁਸੀਂ ਗੈਰ ਹਾਜ਼ਰ ਹੋ ਗਏ। ਤਾਂ ਹਾਜ਼ਰੀ ਹਮੇਸ਼ਾ ਤੁਹਾਡੇ ਮਨ ਦੀ ਲੱਗਦੀ ਆ, ਹਾਜ਼ਰੀ ਹਮੇਸ਼ਾ ਤੁਹਾਡੀ ਸੁਰਤ ਦੀ ਲੱਗਦੀ ਆ। ਤਾਂ ਜੇ ਤੁਸੀਂ ਆ ਰਹੇ ਹੋ, ਤੁਹਾਡੇ 'ਚ ਬਦਲਾਵ ਨਹੀਂ ਆ ਰਿਹਾ ਗੁਰੂ ਦੇ ਪਾਸ, ਤਾਂ ਇਹ ਗੱਲ ਤੁਹਾਨੂੰ ਜਾਣ ਲੈਣੀ ਚਾਹੀਦੀ ਆ। ਤੁਹਾਡਾ ਮਨ ਇੱਥੇ ਨਹੀਂ, ਤੁਹਾਡੀ ਸੁਰਤ ਇੱਥੇ ਨਹੀਂ ਸੀ। ਤੁਸੀਂ ਫਿਰ 25 ਸਾਲ 30 ਸਾਲ 40 ਸਾਲ ਜਿੰਨੀ ਮਰਜ਼ੀ ਕਰ ਲਓ ਸੰਗਤ, ਸਰੀਰ ਆ, ਇਹਦੀ ਖੁਰਾਕ ਹੀ ਨਹੀਂ ਇਹ। ਇਹਦੀ ਖੁਰਾਕ ਤਾਂ ਰੋਟੀ ਪਾਣੀ,
ਅੰਨ ਹੈ ਉਹਦੇ ਨਾਲ ਚੱਲੇਗਾ। ਇਸ ਕਰਕੇ ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਮਨ ਬੜਾ ਚਲਾਕ ਹੈ, ਇਤਨਾ ਹੀ ਆਉਂਦਾ ਹੀ ਨਹੀਂ ਗੁਰਦੁਆਰੇ, ਇਹ ਪਾਸੇ ਭੱਜਿਆ ਫਿਰਦਾ। ਚਾਰ ਕੁੰਟ ਦਹਿ ਦਿਸ ਭ੍ਰਮੇ, ਇਹ ਮਨ ਜਿਹੜਾ ਹੈ ਚਾਰਾਂ ਕੁੰਡਾਂ 'ਚ ਭੱਜਿਆ ਫਿਰਦਾ ਹੈ। ਨਿਮਖ ਮਾਹੇ ਚਾਰ ਕੁੰਟ ਫਿਰ ਆਵੇ। ਬਾਬਾ ਆਨੰਦ ਸਿੰਘ ਜੀ ਦੀ ਹੁਣ ਜਿਵੇਂ ਸਮਾਗਮ ਚੱਲਦੇ ਨੇ, ਵਰਸ਼ੀ ਆ, ਉਹਨਾਂ ਦਾ ਇੱਕ ਥਾਟ ਹੈ। ਉਹਨਾਂ ਤੋਂ ਕਿਸੇ ਨੇ ਪੁੱਛਿਆ, ਦੱਸੋ ਜੀ ਭਲਾ ਸਭ ਤੋਂ ਬੁਰਾ ਕੀ ਆ? ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ, ਦੁਨੀਆ ਦੀ ਸਭ ਤੋਂ ਬੁਰੀ ਚੀਜ਼ ਕੀ ਆ? ਦੱਸੋ ਜੀ ਸਭ ਤੋਂ ਬੁਰਾ ਕੀ ਆ ਦੁਨੀਆ ਤੇ? ਇੱਕ ਸ਼ਬਦ 'ਚ ਹੀ ਉਹਨਾਂ ਗੱਲ ਨਿਬੇੜੀ। ਆਖਿਆ ਸੀ ਰੱਬ ਨੂੰ ਭੁੱਲ ਜਾਣਾ, ਕਰਤੇ ਨੂੰ ਭੁੱਲ ਜਾਣਾ, ਕਰਤਾਰ ਨੂੰ ਭੁੱਲ ਜਾਣਾ। ਦੁਨੀਆ ਦੀ ਸਭ ਤੋਂ ਬੁਰੀ ਆਦਤ ਆ। ਇੱਥੋਂ ਹੀ ਸਾਰੀਆਂ ਬੁਰੀਆਂ ਆਦਤਾਂ ਸ਼ੁਰੂ ਹੁੰਦੀਆਂ ਨੇ। ਦੱਸੋ ਜੀ ਦੁਨੀਆ ਦੇ ਸਭ ਤੋਂ ਮਾੜਾ ਕੀ ਆ? ਮਾੜਾ ਕੰਮ ਕੀ ਆ? ਰੱਬ ਨੂੰ ਭੁੱਲ ਜਾਣਾ। ਇਹ ਬਾਬਾ ਆਨੰਦ ਸਿੰਘ ਜੀ ਦੇ ਜਿਵੇਂ ਸਮਾਗਮ ਚੱਲ ਰਹੇ ਨੇ, ਉਹਨਾਂ ਦੇ ਹੀ ਬਚਨ ਨੇ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮਹਾਂਪੁਰਸ਼ਾਂ ਦੀਆਂ ਗੱਲਾਂ ਜੀਵਨ ਦੇ ਵਿੱਚੋਂ ਕਮਾ ਕੇ ਗਈਆਂ ਹੁੰਦੀਆਂ ਨੇ। ਸਾਡੀਆਂ ਗੱਲਾਂ ਅਸੀਂ ਸੁਣ ਕੇ ਕਹਿ ਦਿੰਦੇ ਹਾਂ, ਦੂਜੇ ਨੂੰ ਕਹਿ ਦਿੰਦੇ ਹਾਂ ਸਮਝਾਉਣ ਵਾਸਤੇ, ਪਰ ਅਸੀਂ ਆਪ ਨਹੀਂ ਸਮਝੇ ਹੁੰਦੇ, ਤਾਂ ਕਰਕੇ ਉਹਦੇ 'ਤੇ ਅਸਰ ਨਹੀਂ ਹੁੰਦਾ। ਉਹ ਬੰਦੇ ਦਾ ਸਾਡੇ 'ਤੇ ਨਹੀਂ ਹੁੰਦਾ, ਉਹਦੀ ਆਪ ਨਹੀਂ ਕਮਾਈ ਹੁੰਦੀ ਗੱਲ। ਹਮੇਸ਼ਾ ਉਹ ਬੰਦੇ ਦਾ ਤੁਹਾਡੇ 'ਤੇ ਅਸਰ ਹੋਊਗਾ ਜਿਹਨੇ ਆਪ ਕਮਾਈ ਹੋਈ ਗੱਲ ਆ। ਤਾਂ ਕਰਕੇ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਮਹਾਂਪੁਰਸ਼, ਇਹੀ ਗੱਲਾਂ ਕਹਿੰਦੇ ਹੁੰਦੇ ਆ, ਉਹੀ ਗੱਲ ਕਿਹੋ ਦੂਜੇ ਨੂੰ ਜਿਹੜੀ ਤੁਸੀਂ ਆਪ ਕਮਾਈ ਹੋਣੀ ਆ, ਜਿਹੜੀ ਆਪ ਕਹੋਗੇ ਕਮਾਵੋਗੇ। ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ। ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ ਜੀ। ਗੁਰੂ ਮਹਾਰਾਜ ਦੀ ਜਿਹੜੀ ਸ਼ਾਨ ਹੈ ਉਹ ਬਹੁਤ ਜ਼ਿਆਦਾ ਉੱਚੀ ਸੁੱਚੀ ਹੈ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ 'ਤੇ, ਕੀਤੀ ਹੋਈ ਵਿਚਾਰ ਜਿਹੜੀ ਆ ਹਿਰਦਿਆਂ ਵਿੱਚ ਵਸ ਜਾਵੇ। ਅਸੀਂ ਗਿਆਨ ਦੂਜਿਆਂ ਨੂੰ ਨਾ ਦਈਏ, ਕੇਵਲ ਉਹਨੂੰ ਪਹਿਲਾਂ ਆਪ ਦੀ ਜ਼ਿੰਦਗੀ 'ਚ ਲੈ ਕੇ ਆਈਏ, ਫਿਰ ਉਹਨੂੰ ਅੱਗੇ ਸਾਂਝ ਪਾਈਏ। ਪਹਿਲਾਂ ਆਪਣੇ ਆਪ 'ਚ ਬਦਲਾਵ ਕਰੀਏ, ਫਿਰ ਹੀ ਸਾਡਾ ਅਸਰ ਦੂਜਿਆਂ 'ਤੇ ਹੋਣਾ। ਨਹੀਂ ਖਾਲੀ ਬੰਦੂਕ ਖੜਕਾ ਬਹੁਤ ਕਰੇਗੀ ਪਰ ਉਹ ਮਾਰ ਨਹੀਂ ਕਰੇਗੀ। ਆਓ ਪਿਆਰ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਦੇ ਵਾਹਿਗੁਰੂ ਮੰਤਰ ਨੂੰ ਕਹਿ ਦਈਏ ਰਲ ਮਿਲ ਕੇ। ਪਿਆਰ ਦੇ ਸਹਿਤ ਵਾਹਿਗੁਰੂ ਜਪੀਏ, ਕਦੇ ਵੀ ਨਾ ਥੱਕੀਏ। ਵਾਹਿਗੁਰੂ ਬੋਲੀਏ, ਕਦੇ ਵੀ ਨਾ ਡੋਲੀਏ। ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ। ਪਿਆਰ ਸਹਿਤ ਆਓ ਉਸ ਅਕਾਲ ਪੁਰਖ ਨੂੰ ਚੇਤੇ ਕਰਨਾ ਕਰਦੇ ਹਾਂ ਜੀ।
वाहे वाहे गुरु वाहे गुरु वाहे वाहे गुरु वाहे गुरु वाहे देहो सज्जने असीसड़ियाँ जो होवे साहिब सो मेल। वाहिगुरु जी का खालसा वाहिगुरु जी की फतेह।